ਸਤਿ ਸ਼੍ਰੀ ਅਕਾਲ ਟੀਵੀ ਆਪਣਾ ਵਿਨੀਪੈਗ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਅੱਜ ਦੀਆਂ ਖਾਸ ਅਤੇ ਤਾਜ਼ਾ ਅਪਡੇਟਸ ਰੁਕ ਸਭ ਤੋਂ ਪਹਿਲਾਂ ਅੱਜ ਦੀਆਂ ਅਹਿਮ ਸੁਰਖੀਆਂ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਦਿੱਤੀ ਗਈ ਕਾਲ ਤੋਂ ਬਾਅਦ ਭਖਿਆ ਮਾਹੌਲ, ਪੁਲਿਸ ਦੇ ਵੱਲੋਂ ਕੀਤਾ ਗਿਆ ਲਾਠੀਚਾਰਜ। ਦਿੱਲੀ ਚੋਣਾਂ ਦਾ ਹੋ ਰਿਹਾ ਹੈ ਐਲਾਨ, ਇਲੈਕਸ਼ਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਗਏ ਵੱਡੇ ਐਲਾਨ। ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਅਹਿਮ ਪ੍ਰੈਸ ਕਾਨਫਰੰਸ, ਕਿਸਾਨਾਂ ਨੇ ਦਿੱਤੀ 26 ਜਨਵਰੀ ਨੂੰ ਲੈ ਕੇ ਵੱਡੀ ਕਾਲ। ਭਾਜਪਾ ਨੇ 3 ਮਹੀਨਿਆਂ ਵਿੱਚ ਦੂਜੀ ਵਾਰ ਮੈਨੂੰ ਮੁੱਖ ਮੰਤਰੀ ਨਿਵਾਸ ਤੋਂ ਕੱਢਿਆ ਬਾਹਰ, ਆਤਿਸ਼ੀ ਦੇ ਵੱਲੋਂ ਲਾਏ ਗਏ ਇਲਜ਼ਾਮ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ, ਵੱਡੀ ਗਿਣਤੀ 'ਚ ਨਸ਼ਾ ਸਮਗਲਰ ਕਰਨ ਵਾਲਿਆਂ ਨੂੰ ਕੀਤਾ ਗ੍ਰਿਫਤਾਰ। ਸੀਨੀਅਰ ਆਪ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ, ਨਿਸ਼ਾਨੇ ਤੇ ਰਹੀ ਭਾਜਪਾ। ਧਾਰਮਿਕ ਨਗਮੇ ਗਾਉਣ ਵਾਲੇ ਬਾਬਾ ਗੁਲਾਬ ਸਿੰਘ ਨੇ ਰਿਲੀਜ਼ ਕੀਤਾ ਨਵਾਂ ਨਗਮਾ, ਸੰਗਤ ਨੂੰ ਕੀ ਸੁਣਾਈ। ਹੁਣ ਖਬਰਾਂ ਦਾ ਵਿਸਥਾਰ ਕਰਦੇ ਹਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਕੌਮੀ ਇਨਸਾਫ ਮੋਰਚੇ ਦੇ ਵੱਲ। ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਨੂੰ ਲੈ ਕੇ ਲੱਗੇ ਇਸ ਮੋਰਚੇ ਨੂੰ 2 ਸਾਲਾਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ। 7 ਜਨਵਰੀ ਨੂੰ 2 ਸਾਲ ਪਹਿਲਾਂ ਇਹ ਮੋਰਚਾ ਲੱਗਦਾ ਹੈ ਤੇ 7 ਜਨਵਰੀ ਨੂੰ ਇੱਕ ਵਾਰ ਫਿਰ ਮੋਹਾਲੀ ਦੇ ਵਿੱਚੋਂ ਮੁੱਖ ਮੰਤਰੀ ਨਿਵਾਸ ਨੂੰ ਘੇਰਨ ਦੇ ਲਈ ਕਾਲ ਦਿੱਤੀ ਜਾਂਦੀ ਹੈ। ਇਸ ਕਾਲ ਤੋਂ ਬਾਅਦ ਜਦੋਂ ਬੰਦੀ ਸਿੰਘਾਂ ਦੇ ਮੋਰਚੇ 'ਚ ਬੈਠੇ ਸਿੰਘਾਂ ਦੇ ਵੱਲੋਂ ਚੰਡੀਗੜ੍ਹ ਵਾਲੇ ਪਾਸੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਬਲ ਦਾ ਪ੍ਰਯੋਗ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੇ ਉੱਤੇ ਲਾਠੀਚਾਰਜ ਕਰ ਦਿੱਤਾ ਗਿਆ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ, ਇੱਕ ਨਿਹੰਗ ਸਿੰਘ ਚੰਡੀਗੜ੍ਹ ਪ੍ਰਸ਼ਾਸਨ ਦੀ ਬੱਸ ਦੇ ਉੱਤੇ ਚੜ੍ਹ ਗਏ ਨੇ ਤੇ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਨੀਚੇ ਪੁਲਿਸ ਜਿਹੜੀ ਆ ਉਹਨਾਂ ਨੂੰ ਲਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਨੀਚੇ ਆਓ। ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਹਾਂ, ਚੰਡੀਗੜ੍ਹ ਪ੍ਰਸ਼ਾਸਨ ਦੀ ਵੈਨ ਦੇ ਉੱਤੇ ਜਿਹੜੇ ਨਿਹੰਗ ਸਿੰਘ ਚੜ੍ਹੇ ਨੇ ਤੇ ਇਹ ਤਸਵੀਰ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਚੰਡੀਗੜ੍ਹ ਦੇ ਸੈਕਟਰ 43 ਦੇ ਬਿਲਕੁਲ ਸਾਹਮਣੇ, ਇੱਥੇ ਬਿਲਕੁਲ ਬੱਸ ਸਟੈਂਡ ਸਾਹਮਣੇ ਹੈ ਤਾਂ ਇਸ ਪਾਸੇ ਨੂੰ ਜਿਹੜਾ ਸਭ ਮਹਾਰਾਜ ਜੀ ਇੱਕ ਮਿੰਟ ਮਹਾਰਾਜ ਜੀ ਅੱਜ ਤੁਸੀਂ ਤਸਵੀਰ ਦੇਖਦੇ ਹੋ ਕਿ ਅਗਰੈਸਿਵ ਹੁੰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਓ ਡਾਂਗਾ ਚੱਲ ਪਈਆਂ ਨੇ, ਲਾਠੀ ਚਾਰਜ ਹੋ ਚੁੱਕਿਆ, ਤੁਸੀਂ ਦੇਖ ਸਕਦੇ ਹੋ ਲਾਠੀ ਚਾਰਜ ਹੋ ਚੁੱਕਿਆ। ਤੁਸੀਂ ਤਸਵੀਰਾਂ ਦੇਖ ਲਓ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਲਾਠੀ ਚਾਰਜਿੰਗ ਹੋ ਚੁੱਕਿਆ। ਨਿਹੰਗ ਸਿੰਘਾਂ ਦੇ ਡਾਂਗਾ ਵੱਜ ਰਹੀਆਂ ਨੇ, ਸਭ ਦੇ ਡਾਂਗਾ ਸੋਟੀਆਂ ਵੱਜ ਰਹੀਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਸਭ ਨਜ਼ਰ ਆ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਕੰਟਰੋਲ ਕਰ ਰਿਹਾ ਸੀਗਾ, ਉਸੇ ਹਿਸਾਬ ਨਾਲ ਲਾਠੀ ਚਾਰਜ ਹੋ ਚੁੱਕਿਆ ਤੇ ਇੱਧਰ ਵੀ ਇੱਕ ਨਿਹੰਗ ਨੂੰ ਫੜ ਲਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਪ੍ਰਸ਼ਾਸਨ ਕੰਟਰੋਲ ਕਰ ਰਿਹਾ ਸੀਗਾ ਪਰ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੀ ਹੈ ਸੱਟ ਵੱਜੀ ਆ। ਕੀ ਗੱਲ ਕੀ ਹੋਈ ਸਾਰੀ? ਕੀ ਗੱਲ ਹੋਈ ਹੈ? ਕੀ ਗੱਲ ਹੋਈ ਹੈ ਤੁਹਾਡੀ? ਤੁਸੀਂ ਪ੍ਰਸ਼ਾਸਨ ਆਪਾਂ ਕੌਣ ਨਹੀਂ ਕਹਿੰਦਾ ਨੇ ਫੜ ਲਿਆ ਜ਼ਬਰਦਸਤੀ। ਕੀ ਗੱਲ ਹੋਈ ਸਰ? ਕੀ ਗੱਲ ਹੋਈ? ਕੀ ਗੱਲ ਹੋਈ? ਗੱਲ ਦੱਸੋ, ਗੱਲ ਕੀ ਹੋਈ ਹੈ? ਹੁਣ ਚੱਲ ਪਿਆ ਜਾਂ ਫਿਰ ਬੁਰਾ ਹੁਕਮ। ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਧਰ ਜਗਮੀਤ ਹਰੀਸ਼ ਇਸ ਪਾਸੇ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੀ ਆ ਸੱਟ ਵੱਜੀ ਆ, ਉਹਨਾਂ ਦੇ ਬਲੱਡ ਆ ਰਿਹਾ। ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇੱਕ ਕਾਫੀ ਜ਼ਖਮੀ ਹੋਏ ਨੇ ਪੁਲਿਸ ਮੁਲਾਜ਼ਮ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਪੁਲਿਸ ਨੂੰ ਗੁੱਸਾ ਆਇਆ ਤਾਂ ਕਰਕੇ ਸਾਰੀ ਚੀਜ਼ ਤਸਵੀਰ ਬਦਲ ਗਈ ਹੈ। ਇੱਥੇ ਝੜਪ ਹੁੰਦੀ ਹੈ, ਇੱਕ ਪੁਲਿਸ ਮੁਲਾਜ਼ਮ ਹੁੰਦੇ ਨੇ, ਚੱਪਲਾਂ ਪਈਆਂ ਹੋਈਆਂ ਨੇ, ਕੌਮੀ ਇਨਸਾਫ ਮੋਰਚਾ ਦਾ ਜਿਹੜਾ ਫਲੈਗ ਪਿਆ ਹੋਇਆ ਤੇ ਇੱਥੇ ਝੜਪ ਹੋਈ ਇੱਕ ਪੁਲਿਸ ਮੁਲਾਜ਼ਮ ਦੇ। ਮੇਰੇ ਹਿਸਾਬ ਨਾਲ ਉਸ ਦੇ ਵਿੱਚ ਗੱਡੀ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਦੇ ਸੱਟ ਵੱਜੀ ਹੈ, ਇੱਕ ऑफिसर ਸੀਗੇ। सर वो जिनके चोट लगी है पुलिस मुलाजिम थे वो कितनी ठीक है? अभी देखेंगे, अभी कुछ कमेंट नहीं कर सकते। एक ही मुलाजिम के लगी? नहीं बता सकते। ओके, एक मुलाजिम ਦੇ ਜਿਹੜੀ ਸੱਟ ਵੱਜੀ ਹੈ ਉਹਨੂੰ ਨਾਲ ਦੀ ਨਾਲ ਗੱਡੀ ਦੇ ਵਿੱਚ ਭੇਜਿਆ, ਇਸ ਕਰਕੇ ਥੋੜਾ ਪੁਲਿਸ ਨੂੰ ਸਖਤੀ ਕਰਨੀ ਪਈ ਤੇ ਸਭ ਭਜਾ ਦਿੱਤੇ ਨੇ। ਤਸਵੀਰ ਤੁਸੀਂ ਦੇਖ ਸਕਦੇ ਹੋ, ਸਭ ਪਿੱਛੇ ਨੂੰ ਹੋ ਗਏ। ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ 43 ਤੋਂ, ਜਿੱਥੇ ਸਾਰੀ ਇੱਕੋਦਮ ਇਨਸੀਡੈਂਟ ਹੋਇਆ। ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਸਐਸਪੀ ਕਮਰਦੀਪ, ਜੋ ਕਿ ਚੰਡੀਗੜ੍ਹ ਦੇ ਮੈਡਮ ਨੇ, ਉਹ ਪ੍ਰਸ਼ਾਸਨ। ਬਾਬਾ ਮਾਨ ਸਿੰਘ ਜੀ ਥੋੜਾ ਸਾਈਡ ਹੋ
ਤਾਂ ਮੈਂ ਪੜ੍ਹਦਾ बड़े वधिया तरीके नाल ਸਾਰੇ ਚਲੇ ਗਏ ਜੀ बिल्कुल शांति नाल आओ तुहानू दिखा दिए एक बार ਫਿਰ ਉੱਥੋਂ ਨਹੀਂ ਖਾਲੀ ਸੜਕ ਹੈ ਤੁਸੀਂ ਇੱਕ ਵਾਰ ਬਾਬਾ ਜੀ ਲੈ ਚੱਲਿਓ ਆਪਾਂ ਵਾਪਸ ਇੱਥੇ ਹੁਣ ਹੈ ਨਹੀਂ ਕੋਈ ਤੁਸੀਂ ਆ ਜਾਓ ਇੱਕ ਜਣਾ ਤੁਹਾਨੂੰ ਵਿਖਾ ਦਿਓ ਹਾਂਜੀ ਭਾਜੀ ਮੈਡਮ ਬੜਾ ਕਰ ਲੈ ਪਲੀਜ਼ ਹਾਂ ਹਾਂ ਤੁਸੀਂ ਕਰੋ ਜੀ ਤੁਸੀਂ ਕਰੋ ਤੇ ਤਸਵੀਰ ਹੈ ਪ੍ਰਸ਼ਾਸਨ ਗੱਲ ਕਰਦਾ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਗੱਲ ਕਰ ਰਿਹਾ ਹੈ ਕਿ ਕੋਈ ਵੀ ਅਜਿਹੀ ਚੀਜ਼ ਨਾ ਹੋਵੇ ਕਿ ਜੋ ਸਥਿਤੀ ਨੂੰ ਖਰਾਬ ਕਰੇ ਪਰ ਸਥਿਤੀ ਕੰਟਰੋਲ ਕਰਨ ਦੇ ਵਾਸਤੇ ਐਸਐਸਪੀ ਚੰਡੀਗੜ੍ਹ ਕੰਵਰ ਮੈਡਮ ਜਿਹੜੇ ਪਹੁੰਚੇ ਨੇ ਰੁਕ ਕਰਾਂਗੇ ਖਨੌਰੀ ਬਾਰਡਰ ਦੇ ਵੱਲ ਖਨੌਰੀ ਬਾਰਡਰ ਦੇ ਉੱਤੇ ਲੰਮੇ ਸਮੇਂ ਤੋਂ ਤਕਰੀਬਨ 43 ਦਿਨਾਂ ਤੋਂ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਇਸ ਖਨੌਰੀ ਬਾਰਡਰ ਤੇ ਬੈਠਿਆਂ ਪਹਿਲਾਂ ਵੱਡੀ ਕਾਲ ਦਿੱਤੀ ਹੈ ਤੇ ਹੁਣ 26 ਜਨਵਰੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪੂਰੇ ਮੁਲਕ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। देश के जो सेंट्रल एग्रीकल्चर मिनिस्टर हैं शिवराज सिंह चौहान जी, उन्होंने बयान दिया कि माननीय सुप्रीम कोर्ट हमें जो भी आदेश देगा उस आदेश का हम पालन करेंगे। तो उन्होंने निवेदन किया कि माननीय सुप्रीम कोर्ट ये जरूरी दिशा निर्देश दें केंद्र सरकार को कि जो हालिया समय में पार्लियामेंट की जो परमानेंट कमेटी ऑन एग्रीकल्चर है उसने जो अपनी रिपोर्ट में सर्वसम्मति से कहा है कि एमएसपी गारंटी कानून बनाया जाना चाहिए, तो उस विषय में माननीय सुप्रीम कोर्ट को केंद्र सरकार को जरूरी दिशा निर्देश जरूर देने चाहिए। जब हमारे कृषि मंत्री जी बार बार ये कह रहे हैं कि भाई माननीय सुप्रीम कोर्ट जो आदेश देगा हम उसका पालन करेंगे, तो माननीय सुप्रीम कोर्ट को किसानों की स्थिति को ध्यान में रखते हुए जरूरी दिशा निर्देश देने चाहिए। ऐसी प्रार्थना, ऐसा निवेदन, ऐसी विनती सरदार जगजीत सिंह डल्लेवाल जी ने करी है। इसके अलावा उन्होंने एक बात यह भी कही है कि 2018 में माननीय जबलपुर हाई कोर्ट में जब एक केस चल रहा था मध्य प्रदेश गवर्नमेंट वर्सेस अन्नदाता किसान संगठन, तो अपने फैसले में माननीय जबलपुर हाई कोर्ट ने लिखा था कि एपीएमसी मंडी में, किसी भी एपीएमसी मंडी में किसान की किसी भी फसल की पहली बोली सरकार द्वारा घोषित एमएसपी से नीचे नहीं होनी चाहिए। तो जो माननीय कोर्ट अगर इस तरीके से डिसीजन देते हैं तो वो आम भाषा में एक तरीके का कानून ही माना जाता है, लेकिन वो भी आज तक लागू नहीं हो रहा। ये भी निवेदन उन्होंने किया कि इस चीज पे जरूरी संज्ञान लिया जाना चाहिए। इसके अलावा जो हाई पावर कमेटी के चेयरमैन नवाब सिंह जी थे, उन्होंने अंत में ये कहा कि डल्लेवाल साहब, हम आपकी सेहत को लेके बहुत चिंतित हैं और अगर आप हमें आधी रात को भी कहोगे तो हम आधी रात को भी यहाँ आपके पास आने को तैयार हैं। आज हम आपका हालचाल पूछने के लिए, आपका स्वास्थ्य जानने के लिए यहाँ पे आए थे। तो नवाब सिंह जी के अलावा जितने भी सदस्यगण थे, चाहे देवेंद्र शर्मा जी हों, चाहे घुमन जी हों, चाहे संधू जी हों, चाहे खैरा साहब हों, और जो अन्य अधिकारीगण आए थे, उन्होंने भी शिष्टाचार के तौर पे डल्लेवाल साहब की सेहत को लेके चिंता जताई और उन्होंने यही परमात्मा से, वाहिगुरु से प्रार्थना करी कि आप स्वस्थ रहें। डल्लेवाल साहब ने एक चीज ये भी कही कि ये महत्वपूर्ण नहीं है कि मेरे जिंदा रहते हुए एमएसपी गारंटी कानून बनता है या मेरे शहीद होने के बाद बनता है। महत्वपूर्ण बात यह है कि एमएसपी गारंटी कानून बनना चाहिए। अगर मेरे शहीद होने के बाद भी एमएसपी गारंटी कानून बनता है तो देश के किसानों की जो अगली पीढ़ी है उसका भविष्य बच पाएगा और देश के किसानों के भविष्य को बचाने के लिए, अपनी खेती और जमीन को बचाने के लिए ही हम संघर्ष कर रहे हैं। आज इतनी बातचीत हाई पावर कमेटी के साथ माननीय जगजीत सिंह डल्लेवाल जी की हुई। ਰੁਕ ਕਰਾਂਗੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਵਿਧਾਨ ਸਭਾ ਚੋਣਾਂ ਦੇ ਬਾਰੇ ਐਲਾਨ ਕਰਦੇ ਹਾਂ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਕੁਝ ਇਲੈਕਸ਼ਨ ਕਮਿਸ਼ਨ ਦਾ ਇਸ ਮੌਕੇ ਦੇ ਉੱਤੇ ਕਹਿਣਾ ਰਿਹਾ, ਉਹ ਸੁਣਦੇ ਹਾਂ। फ्रेंड्स, नए साल में पहली बारी दिल्ली की है और दिल्ली की अपनी एक विरासत है। एक पूरा देश यहाँ रिप्रेजेंट होता है। आई मीन यू कैन सी द एंटायर कंट्री इन दिल्ली। मतलब एक विविधता का बिल्कुल एक जागृत नज़ारा देखने को मिलता है दिल्ली में। किसी भी जगह में चले जाइए, हर कल्चर, हर जगह के लोग आपको यहाँ मिलते हैं। सो रिस्पॉन्सिबिलिटी भी दिल्लीइट्स की बढ़ जाती है एंड वी आर श्योर दिल्ली विल दिस टाइम वोट इन लार्जर नंबर्स, और जिसको अगर कह सकें तो दिल्ली दिल से वोट करेगी, ऐसा हमें उम्मीद है।
फ्रेंड्स, इन सभी उपलब्धियों के बीच आई एम कमिंग टू ए लिटिल सीरियस इश्यूज, and I'll take some time before I come to the daily specific issues. 24 में जहां मैंने इतनी सारी उपलब्धियां गिनाई, वहीं चुनाव के दौरान कुछ डाउट्स, कुछ शंकाएं, कुछ कंसर्न्स भी रेज होते रहे. So prior to coming to Delhi elections, let me on my own tell you what kind of concerns were raised, and I'll narrate all these concerns, and also before coming to Delhi try and answer on each one of them so that no doubts remain. कहा गया कि इलेक्टरल रोल्स में रॉन्गफुल एडिशन या डिलीशन कर दिए गए. ये अभी रिसेंट शुरू हुआ जनरल इलेक्शन के बाद, महाराष्ट्र इलेक्शन से. अभी दिल्ली में भी चल रहा है लगातार यही बात. तो आप पूछेंगे, इससे पहले मैं खुद वो प्रश्न दे रहा हूं जो आपके मानस में हैं और सबके मानस में फैला दिए गए हैं. ऐसा भी कहा गया है कि कोई ग्रुप्स को टारगेट कर दिया जाता है, किसी के नाम काट दिए जाते हैं, किसी लोकेलिटी से नाम काट दिए जाते हैं. मैं आज सब बताऊंगा कि ऐसा हो सकता है क्या, ऐसा क्यों नहीं हो सकता. कहा गया कि कुछ कॉन्स्टिट्यूएंसीज में 50-50 हजार वोटर बढ़ा दिए गए, वहां पर कोई पर्टिकुलर पार्टी जीत गई. इस तरीके की चीजें कही गई. ईवीएम्स का तो एक सब जवाब देने के बाद बोला गया कि मैनिपुलेट हो सकती हैं. ये भी 2 बार हो सकता है, कभी बैटरी के नाम पर, कभी किसी नाम पर. कभी कहा गया कि ये ईवीएम इलेक्शन है, लोगों का इलेक्शन नहीं है. वोटर टर्नआउट इंक्रीज हो जाता है 5 बजे के बाद. ये काफी एक विषय पब्लिक में रहा, जनरल इलेक्शन के दौरान भी, उसके बाद भी. कैसे 5 बजे के बाद बढ़ सकता है, कहां बढ़ गया, कौन सी 5 बजे से 10 बजे तक के बीच में कतारों में, लाइनों में लोग खड़े हुए थे, हमें वीडियो दिखाइए. इस तरीके के प्रश्न पूछे गए, जिसके उत्तर मैं आज देना चाहता हूं बिफोर गोइंग टू डेली इलेक्शन. ऑल्सो नेसेसरी, बिकॉज द डाउट्स गेट्स रिमूव्ड, यू कैन आस्क मी फर्दर क्वेश्चंस इफ यू वांट, एंड these questions do not come again election after election. ਉਧਰ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਅਤੀਸ਼ੀ ਦੇ ਵੱਲੋਂ ਭਾਜਪਾ ਦੇ ਉੱਤੇ ਵੱਡੇ ਇਲਜ਼ਾਮ ਲਾਏ ਗਏ ਨੇ. ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਤੱਕ ਮੈਨੂੰ ਬਤੌਰ ਮੁੱਖ ਮੰਤਰੀ 2 ਵਾਰ ਮੁੱਖ ਮੰਤਰੀ ਰਿਹਾਇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ. ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਤਰ੍ਹਾਂ ਦਾ ਵਤੀਰਾ ਦਿੱਲੀ ਦੇ ਲੋਕ ਵੇਖ ਰਹੇ ਨੇ ਤੇ ਦਿੱਲੀ ਦੇ ਲੋਕ ਇਸ ਦਾ ਜਵਾਬ ਚੋਣਾਂ 'ਚ ਦੇਣਗੇ. आज दिल्ली के चुनाव की घोषणा हुई है, और दिल्ली के चुनाव की घोषणा जिस दिन होती है उससे पिछली रात को भारतीय जनता पार्टी की केंद्र सरकार ने जो मेरा सरकारी आवास है, जो मुख्यमंत्री आवास है, जो मुझे अलॉट हुआ है मुख्यमंत्री होने के नाते, भारतीय जनता पार्टी की केंद्र सरकार ने मुझे 3 महीने में दूसरी बार उस मुख्यमंत्री आवास से निकालकर बाहर फेंक दिया. चिट्ठी भेजकर मुख्यमंत्री आवास का अलॉटमेंट कैंसिल किया और मुख्यमंत्री आवास एक चुनी हुई सरकार की चुनी हुई मुख्यमंत्री से छीन लिया. 3 महीने पहले भी इन्होंने यही किया था. जब मैं मुख्यमंत्री बनी, मुख्यमंत्री आवास से मेरा सामान, मेरे परिवार का सामान घर से निकाल के सड़क पे फेंक दिया था. भारतीय जनता पार्टी को लगता है कि वो घर छीनने से, हमारे साथ गाली गलौज करने से, मेरे परिवार के बारे में निचले स्तर की बातें करने से इनको लगता है कि ये हमारे काम रोक देंगे, जो हम दिल्ली वालों के लिए काम कर रहे हैं उस काम को रोक देंगे. लेकिन मैं दिल्ली वालों को ये बताना चाहती हूं कि घर छीनने से काम रुकेगा नहीं. ये हमारे घर छीन सकते हैं, ये हमें गालियां दे सकते हैं, लेकिन जो दिल्ली वालों के लिए काम करने का जज्बा हमारे दिल में है, उस जज्बे को नहीं छीन सकते हैं. मैं दिल्ली वालों को ये कहना चाहूंगी कि अगर जरूरत पड़े तो मैं आपके घर पे आके रहूंगी,
अगर जरूरत पड़े मैं आपके घर में आके रहूंगी और आपके घर से दिल्ली वालों के लिए काम करूंगी, दुगनी स्पीड से काम करूंगी, दुगने जज्बे से काम करूंगी। भारतीय जनता पार्टी को यह बताने के लिए काम करूंगी कि आप हम पर कोई भी अत्याचार कर लीजिए, हमें कितना भी परेशान कर लीजिए, हम दिल्ली वालों के काम रुकने नहीं देंगे। ਇੱਥੇ ਹੀ ਬਸ ਨਹੀਂ, ਆਪ ਨੇਤਾ ਸੰਜੇ ਸਿੰਘ ਦੇ ਵੱਲੋਂ ਵੀ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਰੱਖਿਆ ਗਿਆ ਹੈ। ਸੰਜੇ ਸਿੰਘ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਤੇ ਵੱਡੇ ਇਲਜ਼ਾਮ ਲਾਏ ਗਏ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵਿੱਚ ਵੱਲੋਂ ਜਿਸ ਤਰੀਕੇ ਦਿੱਲੀ ਦੇ ਵਿੱਚ ਹੁੜਦੰਗ ਮਚਾਇਆ ਜਾ ਰਿਹਾ, ਜਿਸ ਤਰੀਕੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਤੋਂ ਇਹ ਸਾਫ਼ ਹੈ ਕਿ ਭਾਜਪਾ हार तो डरी हुई है। सभी पत्रकार बंधुओं को नमस्कार। ये आम आदमी पार्टी के लिए बहुत खुशी की बात है कि पालम विधानसभा क्षेत्र से चुनाव लड़ चुके, बहुजन समाज पार्टी से चुनाव लड़ चुके और जिनको 25,000 वोट विधानसभा के चुनाव में हासिल हुआ था, ऐसे हमारे मजबूत साथी मदन मोहन जी अपनी पत्नी जो निगम पार्षद रही हैं 2 बार की, सुदेशवती जी, दोनों लोग आज आम आदमी पार्टी परिवार में शामिल हो रहे हैं। इनके आने से न सिर्फ पालम विधानसभा क्षेत्र में बल्कि दिल्ली के अंदर आम आदमी पार्टी को मजबूती मिलेगी। बहुत पुराना राजनीतिक परिवार है इनका, स्वयं से ये चुनाव लड़ चुके हैं विधानसभा का। उसके बाद इनकी पत्नी 2 बार निगम पार्षद रही हैं। एक बार निगम पार्षद के चुनाव में 17,000 वोटों से 2012 में वो जीती हैं। तो मैं पूरे विश्वास और भरोसे के साथ ये कह सकता हूं कि पालम विधानसभा क्षेत्र में भारी बहुमत के साथ आम आदमी पार्टी की विजय होगी। वहां से हमारे कैंडिडेट हैं जोगेंद्र सोलंकी जी के प्रयासों से, पवन शर्मा जी के प्रयासों से आज ये आम आदमी पार्टी परिवार में शामिल हो रहे हैं। मैं हृदय की गहराइयों से मदन मोहन जी का और उनकी धर्मपत्नी जी का स्वागत करता हूं, अभिनंदन करता हूं। अब मैं चाहूं अब मैं अनुरोध करूंगा मदन मोहन जी से कि वो अपनी बात आपके सामने रखें। आज मेरा सौभाग्य है कि मैंने पार्टी को ज्वाइन किया। भाई संजय जी ने मुझे ज्वाइनिंग दी है। मैं विश्वास दिलाता हूँ कि पालम विधानसभा में भाई जोगिंदर सोलंकी जी को दिल्ली में सबसे ज़्यादा वोटों से जिता के लाएंगे। और आप लोगों का मैं सबसे ज़्यादा दिल से शुक्रिया अदा करता हूँ कि आपने मुझे ज्वाइन करवाया इतने बड़ी मीडिया के सामने। और अपना बहुजन समाज पार्टी को छोड़ के मैं अपने परिवार में आ रहा हूँ और मेरे साथ जो भी बहुजन समाज है वो पूरा का पूरा भाई जोगिंदर का साथ देंगे। धन्यवाद। रुक करते हैं ਅੰਮ੍ਰਿਤਸਰ ਦੇ ਵੱਲ, ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਸ ਵਕਤ ਵੱਡੀ ਕਾਮਯਾਬੀ ਹੱਥ ਲੱਗਦੀ ਹੈ ਜਦੋਂ ਵੱਡੀ ਖੇਪ ਨਸ਼ੇ ਦੀ ਸਮਗਲ ਕਰਨ ਵਾਲੇ ਸਮਗਲਰ ਜਿਹੜੇ ਨੇ ਅੰਮ੍ਰਿਤਸਰ ਪੁਲਿਸ ਦੇ ਹੱਥ ਚੜ੍ਹਦੇ ਨੇ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਇਹਨਾਂ ਨੂੰ ਇੱਕ ਟਰੈਪ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਪਿੰਡੀ ਸੈਦਾ ਤੇ ਪੁਲਿਸ ਸਟੇਸ਼ਨ ਲੋਪੋਕੇ ਵੱਲੋਂ 2 ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆਂ ਡਰੱਗ ਦੀ ਜਿਹੜੀ ਰਿਕਵਰੀਜ਼ ਹੈ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇਣ ਲਈ ਇਹ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਜਿਹੜਾ ਕੇਸ ਹੈ ਪੀਐਸ ਪਿੰਡੀ ਸੈਦਾ ਦਾ, ਜਿੱਥੇ ਪੁਲਿਸ ਵੱਲੋਂ ਐਸਐਚਓ ਸਾਹਿਬ ਦੀ ਟੀਮ ਵੱਲੋਂ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਜਿਹੜੀ ਹੈ 2 ਬੰਦਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 2 ਕਿਲੋ
ਹੈਰੋਇਨ ਦੀ ਰਿਕਵਰੀ ਹੋਈ ਸੀ, ਨਾਲ I-20 ਗੱਡੀ ਤੇ 1.5 ਲੱਖ ਰੁਪਏ ਜਿਹੜੇ ਆ ਡਰੱਗ ਮਨੀ ਜਿਹੜੀ ਆ ਉਹ ਮਿਲੀ ਸੀ। ਫਰਦਰ ਜਦੋਂ ਇਹਨਾਂ ਦੀ ਬੈਕਵਰਡ ਤੇ ਫਾਰਵਰਡ ਲਿੰਕੇजेस ਅਸੀਂ ਕੱਢੇ ਹੈ, ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਹੋਈ ਹੈ, ਉਸ ਤੋਂ ਫਰਦਰ ਜਿਹੜਾ ਹੈ 3 ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਟੋਟਲ 5 ਜਣਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ। ਜਿਹੜੇ 2 ਮੁੱਖ ਦੋਸ਼ੀ ਸਨ ਜਿਹੜੇ ਕਿ ਬੰਗਾ ਤੋਂ ਇਸ ਕੰਸਾਈਨਮੈਂਟ ਨੂੰ ਲੈਣ ਆਏ ਸਨ, ਉਹਨਾਂ ਵਿੱਚ ਬਲਵੀਰ ਸਿੰਘ ਉਰਫ ਵੀਰਾ ਜਿਹੜਾ ਕਿ ਮਜਾਰੀ ਪਿੰਡ ਦਾ ਹੈ ਤੇ ਬੰਗੇ ਨੂੰ ਬਿਲੋਂਗ ਕਰਦਾ। ਇਸੇ ਤਰੀਕੇ ਨਾਲ ਅਜੇ ਵਰਮਾ ਪੁੱਤਰ ਹਰਭਜਨ ਸਿੰਘ ਇਹ ਵੀ ਮਜਾਰੀ ਦਾ ਹੈ, ਇਹ ਵੀ ਬੰਗੇ ਨੂੰ ਬਿਲੋਂਗ ਕਰਦਾ। ਇਸ ਤੋਂ ਇਲਾਵਾ ਜਦੋਂ ਇੰਟਰੋਗੇਸ਼ਨ ਹੋਈ ਤੇ ਫਰਦਰ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇजेस ਦੀ ਅਸੀਂ ਜਿਹੜੀ ਹੈ ਤਫਤੀਸ਼ ਕੀਤੀ ਹੈ, ਉਹਦੇ ਵਿੱਚ ਸੁਖਦੇਵ ਸਿੰਘ ਸੁਖ ਪੁੱਤਰ ਦਲਬੀਰ ਸਿੰਘ ਨਸ਼ਹਿਰਾ ਦਾ ਇਹ ਹੈਗਾ, ਅਟਾਰੀ ਏਰੀਆ ਨੂੰ ਬਿਲੋਂਗ ਕਰਦਾ। ਇਸੇ ਤਰੀਕੇ ਨਾਲ ਹਰਮਨਦੀਪ ਸਿੰਘ ਔਰ ਹਨੀ ਪੁੱਤਰ ਤਰਸੇਮ ਸਿੰਘ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਿਹਾਇਸ਼ੀ ਹੈ। ਹਰਮਨ ਸਿੰਘ ਪੁੱਤਰ ਸਤਨਾਮ ਸਿੰਘ ਇਹ ਵਾਸੀ ਲਾਲੂ ਘੁੰਮਣਾ ਤੇ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਦਾ ਇਹ ਰਿਹਾਇਸ਼ੀ ਹੈ। ਇਸ ਤਰੀਕੇ ਨਾਲ ਇਸ ਕੇਸ ਦੇ ਵਿੱਚ ਮੁੱਖ ਜਿਹੜੇ ਹੈਗੇ 5 ਦੋਸ਼ੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। 2 kg ਹੈਰੋਇਨ, 1.5 ਲੱਖ ਰੁਪਏ ਜਿਹੜੀ ਡਰੱਗ ਮਨੀ, ਇਸ ਦੇ ਨਾਲ ਹੀ ਇੱਕ I-20 ਗੱਡੀ ਉਹ ਰਿਕਵਰ ਹੋਈ ਹੈ। ਇਸ ਤੋਂ ਇਲਾਵਾ ਜਿਹੜਾ ਦੂਜਾ ਮੁਕੱਦਮਾ ਹੈ ਉਹ PS ਲੋਕੋ ਵਿੱਚ SHO ਸਾਹਿਬ ਦੀ ਜਿਹੜੀ ਟੀਮ ਹੈ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਹੈ। 300 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ। ਇਸ ਦੇ ਨਾਲ ਹੀ ਜਿਹੜਾ ਹੈ 3 ਲੱਖ ਰੁਪਏ ਡਰੱਗ ਮਨੀ ਜਿਹੜੀ ਹੈ ਉਹ ਰਿਕਵਰ ਹੋਈ ਹੈ। ਸੋ ਇਸ ਕੇਸ ਦੇ ਵਿੱਚ ਜਿਹੜਾ ਹੈ ਮੁੱਖ ਦੋਸ਼ੀ ਜਿਹੜਾ ਸੁਦੇਵ ਸਿੰਘ ਉਰਫ ਛੇਗਾ ਹੈ, ਇਹ ਚਗਾਵਾਂ ਦਾ ਰਹਿਣ ਵਾਲਾ, ਇਹਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਨਾਂ 2 ਕੇਸਿਸ ਦੇ ਵਿੱਚ ਕੁੱਲ 2 kg ਹੈਰੋਇਨ, 300 ਗ੍ਰਾਮ ਅਫੀਮ ਦੀ ਰਿਕਵਰੀ ਤੇ ਨਾਲ ਹੀ 4.5 ਲੱਖ ਰੁਪਏ ਡਰੱਗ ਮਨੀ ਜਿਹੜਾ ਹੈ ਸਬ ਡਿਵੀਜ਼ਨ ਰਾਜਸਥਾਨੀ ਵੱਲੋਂ ਜਿਹੜਾ ਹੈ ਇੱਕ I-20 ਕਾਰ ਨੂੰ ਰਿਕਵਰ ਕੀਤਾ ਗਿਆ ਹੈ। ਸੂਫੀ ਅਤੇ ਧਾਰਮਿਕ ਨਗਮਿਆਂ ਦੇ ਨਾਲ ਆਪਣੀ ਪਹਿਚਾਣ ਬਣਾਉਣ ਵਾਲੇ ਬਾਬਾ ਗੁਲਾਬ ਸਿੰਘ ਦੇ ਵੱਲੋਂ ਇੱਕ ਨਵਾਂ ਨਗਮਾ ਪੇਸ਼ ਕੀਤਾ ਗਿਆ, ਜਿਸ ਨਗਮੇ ਦੇ ਵਿੱਚ ਸਮਾਜਿਕ ਕੁਰੀਤੀਆਂ ਨੂੰ ਲੈ ਕੇ ਬੜੇ ਹੀ ਪਿਆਰੇ ਬੋਲਾਂ ਦੇ ਨਾਲ ਬਾਬਾ ਗੁਲਾਬ ਸਿੰਘ ਦੇ ਵੱਲੋਂ ਇਸ ਧਾਰਮਿਕ ਨਗਮੇ ਨੂੰ ਰਿਲੀਜ਼ ਕੀਤਾ ਗਿਆ। ਦੱਸ ਦਈਏ ਕਿ ਬਾਬਾ ਗੁਲਾਬ ਸਿੰਘ ਦੇ ਵੱਲੋਂ ਇਸ ਮੌਕੇ ਦੇ ਉੱਤੇ ਇਸ ਨਗਮੇ ਦੀਆਂ ਕੁਝ ਸਤਰਾਂ ਵੀ ਸੁਣਾਈਆਂ ਗਈਆਂ ਨੇ। ਪ੍ਰੈਸ ਕਾਨਫਰੰਸ ਕਰਦਿਆਂ ਬਾਬਾ ਗੁਲਾਬ ਸਿੰਘ ਨੇ ਆਖਿਆ ਹੈ ਕਿ ਸਮਾਜਿਕ ਕੁਰੀਤੀਆਂ ਦੇ ਉੱਤੇ ਗਾਉਣਾ ਵੀ ਸਾਡਾ ਵੱਡਾ ਫਰਜ਼ ਹੈ। ਪੰਜਾਬੀਆਂ ਨੇ ਬਹੁਤ ਜ਼ਿਆਦਾ ਤੁਸੀਂ ਮਾਣ ਬਖਸ਼ਿਆ, ਆਪਣੇ ਜਿਹੜੇ ਨਗਮੇ ਆਏ ਆ, ਗੀਤ ਆਏ ਆ, ਸਤਿਗੁਰੂ ਜੀ ਦੇ ਪ੍ਰਥਾਏ, ਕੋਈ ਕਵਿਤਾਵਾਂ ਨੇ, ਕੋਈ ਸੋਹਣਾ ਸੁਨੇਹਾ ਦੇਣ ਦਾ ਅਸੀਂ ਸਾਰਿਆਂ ਨੇ ਯਤਨ ਕੀਤਾ। ਸੋ ਥੋੜ੍ਹੇ ਦਿਨ ਪਹਿਲਾਂ ਕੱਲ੍ਹ ਹੀ ਇੱਕ ਗੀਤ ਰਿਲੀਜ਼ ਹੋਇਆ ਜੋ ਕਿ 1 ਸਾਲ ਤੋਂ ਅਸੀਂ ਲਿਖਿਆ ਸੀਗਾ, ਸੰਜੀਵ ਆਨੰਦ ਜੀ ਨੂੰ ਕਹਿ ਕੇ ਗੀਤ ਲਿਖਵਾਇਆ ਗਿਆ ਸੀਗਾ। ਅੱਜ ਦੇ ਸਮੇਂ ਦੀ ਦੌਰ ਵਿੱਚ ਅਸੀਂ ਜਿੱਦਾਂ ਅੱਜ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ, ਸੋ ਹਰ ਚੀਜ਼ ਵਿੱਚ, ਹਰ ਇੱਕ ਰਿਸ਼ਤੇ ਵਿੱਚ ਅਸੀਂ ਅੱਜ ਦੇ ਸਮੇਂ 'ਚ ਮਤਲਬ ਕੱਢ ਰਹੇ ਹਾਂ ਤੇ ਉਸ ਮਤਲਬ 'ਤੇ ਇੱਕ ਬਹੁਤ ਸੋਹਣਾ ਤੇ ਢੁਕਵੇਂ ਅੱਖਰਾਂ ਦਾ ਇੱਕ ਗੀਤ ਸੰਜੀਵ ਆਨੰਦ ਜੀ ਨੂੰ ਅਸੀਂ ਕਿਹਾ ਸੀਗਾ ਲਿਖਣ ਵਾਸਤੇ, ਕਿਉਂਕਿ ਜੇ ਅਸੀਂ ਗੁਰਦੁਆਰੇ ਵੀ ਜਾਣਾ ਅੱਜ ਦੇ ਸਮੇਂ 'ਚ ਤੇ ਅਸੀਂ ਗੁਰਦੁਆਰੇ ਜਾ ਕੇ ਵੀ ਆਪਾਂ ਮਹਾਰਾਜ ਸਾਹਿਬ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਹਾਂ ਵੀ ਅਸੀਂ 40 ਦਿਨ ਜਾਂ ਅਸੀਂ 2 ਮਹੀਨੇ ਜਾਂ ਅਸੀਂ 3 ਮਹੀਨੇ ਤੁਹਾਡੇ ਚਰਨਾਂ 'ਚ ਆਵਾਂਗੇ, ਸਾਡਾ ਕੈਨੇਡਾ ਦਾ ਵੀਜ਼ਾ ਲੱਗ ਜੇ, ਹੈ ਨਾ। ਤੇ ਜੇ ਅਸੀਂ ਗੁਰਦੁਆਰੇ ਰਮਾਲਾ ਸਾਹਿਬ ਚੜ੍ਹਾਉਣਾ ਤਾਂ ਅਸੀਂ ਸਾਡੀਆਂ 10 ਮੰਗਾਂ ਹੁੰਦੀਆਂ ਨੇ। ਸੋ ਜੇ ਕਿਤੇ ਅਸੀਂ ਬਾਹਰ ਜਾਣਾ ਹੁੰਦਾ ਤਾਂ ਅਸੀਂ ਗੁਰਦੁਆਰੇ ਜਾ ਕੇ ਵੀ ਅਖੰਡ ਪਾਠ ਸਾਹਿਬ ਸੁੱਖ ਲੈਂਦੇ ਹਾਂ। ਸੋ ਜੇ ਕਿਤੇ ਅਸੀਂ ਕੋਈ ਲੰਗਰ ਲਾਉਣਾ, ਲੰਗਰ 'ਚ ਕੋਈ ਰਸਤ ਵਗੈਰਾ ਦੇਣੀ ਆ ਤੇ ਉੱਥੇ ਵੀ ਅਸੀਂ ਗੁਰੂ ਸਾਹਿਬ ਜੀ ਨਾਲ ਵੀ ਮਤਲਬ ਰੱਖ ਲੈਂਦੇ ਹਾਂ। ਸੋ ਆਪਾਂ ਆਮ ਲੋਕਾਂ ਨਾਲ ਤਾਂ ਮਤਲਬ ਰੱਖਦੇ ਸੀਗੇ, ਅਸੀਂ ਗੁਰੂ ਸਾਹਿਬ ਨਾਲ ਵੀ ਮਤਲਬ ਰੱਖਣ ਵਾਸਤੇ ਜੁੜਦੇ ਜਾ ਰਹੇ ਹਾਂ। ਸੋ 90% ਮੇਰੇ ਹਿਸਾਬ ਦੇ ਨਾਲ ਲੋਕ ਜਿਹੜੇ ਆ ਜਦੋਂ ਮੱਥਾ ਟੇਕਣ ਜਾਂਦੇ ਆ ਉਹ ਇਹ ਭਾਵਨਾ ਲੈ ਕੇ ਜਾਂਦੇ ਆ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੀਆਂ ਮੰਗਾਂ ਪੂਰੀਆਂ ਕਰਦੇ ਨੇ। ਹਾਲੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵੱਡਾ ਗੁਰਬਾਣੀ ਦਾ ਤੇ ਬਹੁਤ ਵੱਡਾ ਜੀਵਨ ਜਾਚ ਦਾ ਬਹੁਤ ਵੱਡਾ ਸੋਮਾ ਸਾਡੇ ਕੋਲ। ਸੋ ਇਹਨਾਂ ਗੀਤਾਂ ਨੂੰ ਦਰਸਾਉਂਦੇ ਹੋਏ, ਇਹਨਾਂ ਗੀਤਾਂ ਦੇ ਵਿੱਚ ਸਮਾਜ ਦੀ ਗੱਲ ਕਰਦੇ ਹੋਏ, ਰਿਸ਼ਤੇਦਾਰਾਂ ਦੀ ਗੱਲ, ਭੈਣ ਭਰਾਵਾਂ ਦੀ ਗੱਲ, ਸੱਜਣਾ ਮਿੱਤਰਾਂ ਦੀ ਗੱਲ ਕਰਦੇ ਹੋਏ ਸੰਜੀਵ ਆਨੰਦ ਜੀ ਨੇ ਬਹੁਤ ਸੋਹਣਾ ਤੇ ਬੜਾ ਪਿਆਰਾ ਇੱਕ ਗੀਤ ਇਹ ਤੋਂ ਪਹਿਲਾਂ ਵੀ ਦਿੱਤਾ ਸੀਗਾ, ਰੋਟੀਆਂ 2 ਰੋਟੀਆਂ, ਤੁਸੀਂ ਸਾਰਿਆਂ ਨੇ ਗੀਤ ਸੁਣਿਆ ਹੋਊਗਾ। ਸੋ ਉਹਦੇ ਵਿੱਚ ਬਹੁਤ ਸੋਹਣੀਆਂ ਲਿਖਤਾਂ ਸੀਗੀਆਂ ਤੇ ਬੜੇ ਸੋਹਣੇ ਉਹਦੇ ਵਿੱਚ ਬੋਲ ਸੀਗੇ, ਖਰੀਆਂ ਕਮਾਲਾ ਜਾਂ ਕਮਾਲਾ ਖੋਟੀਆਂ, ਖਾਣੀਆਂ ਤਾਂ ਬੰਦਿਆਂ ਤੋਂ 2 ਰੋਟੀਆਂ। ਸੋ ਉਸ ਗੀਤ ਨੂੰ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਨੇ, ਦੁਨੀਆ ਭਰ ਵਿੱਚ ਵਸਦੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ।
ਸੋ ਐਤਕੀ ਵੀ ਸੰਜੀਵ ਆਨੰਦ ਜੀ ਦੀ ਕਲਮ ਵਿੱਚੋਂ ਇੱਕ ਬਹੁਤ ਸੋਹਣਾ ਮਤਲਬ ਗੀਤ ਜਿਹੜਾ ਨਿਕਲ ਕੇ ਆਇਆ ਹੈ। ਸੋ ਜਦੋਂ ਇਦਾਂ ਦੇ ਗੀਤ ਨੇ ਜਿਹੜੇ ਸਾਡਾ ਫਰਜ਼ ਬਣਦਾ ਗਾਉਣ ਦਾ, ਸੋ ਅੱਜ ਦੇ ਦੌਰ ਵਿੱਚ ਜਿੱਥੇ ਹਜ਼ਾਰਾਂ ਗੀਤ ਰੋਜ਼ ਰਿਲੀਜ਼ ਹੋ ਰਹੇ ਆ, ਸੋ ਦੋ ਰੋਟੀਆਂ ਵਰਗੇ ਗੀਤ ਜਾਂ ਦੇ ਦਿਓ ਦਦਾਰ ਵਰਗੇ ਗੀਤ ਨੇ ਜਾਂ ਮਤਲਬ ਵਰਗੇ ਗੀਤ ਨੇ, ਸੋ ਇਹ ਆਪਣੀ ਇੱਕ ਵੱਖਰੀ ਪਛਾਣ ਬਣਾਉਂਦੇ ਆ, ਸੰਗਤਾਂ ਇਹਨਾਂ ਪਿਆਰ ਬਖਸ਼ਦੀਆਂ ਨੇ ਤੇ ਸਾਡੇ ਵਾਸਤੇ ਬਹੁਤ ਵੱਡੀ ਇਹ ਖੁਸ਼ੀ ਦੀ ਗੱਲ ਆ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਬਸ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮਿਲਦੇ ਇਜਾਜ਼ਤ। ਬਹੁਤ ਬਹੁਤ ਧੰਨਵਾਦ।